ਡਾਇਬਟੀਜ਼ ਦੇ ਪੇਸ਼ੈਂਟਸ ਵਾਸਤੇ ਖੁਸ਼ਖਬਰੀ ਹੈ। ਟਾਈਪ 1 ਡਾਇਬਟੀਜ਼ ਦੇ ਰਿਵਰਸਲ ਦੀ ਇੱਕ ਕੇਸ ਸਟੱਡੀ ਛਪੀ ਸੀਗੀ ਜਰਨਲ ਆਫ ਦਾ ਸਾਇੰਸ ਆਫ ਹੀਲਿੰਗ ਆਊਟਕਮਸ ਵਿੱਚ। ਤੇ ਉਹਦੇ ਵਿੱਚ 5 ਸਾਲ ਦਾ ਇੱਕ ਬੱਚਾ ਜਿਹਨੂੰ ਦਿਨ ਵਿੱਚ 12 ਯੂਨਿਟ ਇਨਸੂਲਿਨ ਲੱਗਦੇ ਸੀਗੇ, ਟਾਈਪ 1 ਡਾਇਬਟਿਕ ਸੀਗਾ। ਤੇ ਡਾਈਟ ਚੇਂਜ ਕਰਕੇ ਉਹਨੇ ਆਪਣੀ ਡਾਇਬਟੀਜ਼ ਨੂੰ ਰਿਵਰਸ ਕੀਤਾ ਸੀਗਾ ਐਂਡ ਵਿਦਿਨ 2 ਵੀਕਸ ਵਿੱਚ। ਤਾਂ ਉਹਦੀ ਵੀ ਕੇਸ ਸਟੱਡੀ ਇਹਦੇ ਵਿੱਚ ਛਪੀ ਸੀਗੀ। ਤੇ ਡਾਕਟਰ BM ਹੈਗੜੇ ਜਿਹੜੇ ਲੰਡਨ ਯੂਨੀਵਰਸਿਟੀ ਵਿੱਚ ਵੀ ਪ੍ਰੋਫੈਸਰ ਰਹਿ ਚੁੱਕੇ ਆ, ਪਦਮਾ ਵਿਭੂਸ਼ਣ ਅਵਾਰਡੀ ਨੇ, ਉਹਨਾਂ ਨੇ ਇਸ ਕੇਸ ਸਟੱਡੀ ਨੂੰ ਵਿੱਚ ਛਾਪਿਆ ਸੀਗਾ। ਪੇਸ਼ੈਂਟ ਦੀ ਟ੍ਰੀਟਮੈਂਟ ਮੇਰੇ ਥਰੂ ਹੋਈ ਸੀਗੀ ਤੇ ਇਹ ਸਕਸੈਸਫੁਲ ਇੱਕ ਕੇਸ ਸਟੱਡੀ ਸਾਡੇ ਕੋਲ ਆਈ ਸੀ। ਤੇ ਕਾਫੀ ਲੋਕਾਂ ਨੇ ਉਸ ਤੋਂ ਬਾਅਦ ਸਵਾਲ ਪੁੱਛਿਆ ਕਿ ਟਾਈਪ 1 ਡਾਇਬਟੀਜ਼ ਰਿਵਰਸ ਹੁੰਦੀ ਹੈ। ਯੈਸ, ਦੇਰ ਇਜ਼ ਹੋਪ। ਸਾਡੇ ਕੋਲ ਕਾਫੀ ਪੇਸ਼ੈਂਟਸ ਨੇ। ਔਰ ਪਹਿਲਾਂ ਮੈਂ ਤੁਹਾਨੂੰ ਕਹਿੰਦਾ ਸੀਗਾ ਕਿ ਦੇਰ ਇਜ਼ ਮੋਰ ਚਾਂਸ ਇਫ ਡਾਇਗਨੋਸਿਸ ਦੇ 3 ਮਹੀਨੇ ਦੇ ਅੰਦਰ ਅੰਦਰ ਹੀ ਤੁਸੀਂ ਡਾਈਟ ਚੇਂਜ ਕਰ ਲਓ ਤਾਂ ਜ਼ਿਆਦਾ ਚਾਂਸ ਹੁੰਦੀ ਹੈ ਰਿਵਰਸਲ ਦੀ। ਜਿਵੇਂ ਜਿਵੇਂ ਟਾਈਮ ਨਿਕਲਦਾ ਜਾਂਦਾ ਹੈ, ਪੈਨਕ੍ਰੀਆਸ ਜਿਹੜੀ ਹੈ ਉਹਦੇ ਬੀਟਾ ਸੈਲਸ ਫੇਲ ਹੋਣੇ ਸ਼ੁਰੂ ਹੋ ਜਾਂਦੇ ਨੇ ਬਿਕੋਜ਼ ਆਫ ਆਟੋ ਇਮਿਊਨ ਰਿਐਕਸ਼ਨ ਜਿਹੜਾ ਚੱਲ ਰਿਹਾ ਹੁੰਦਾ ਹੈਗਾ। ਤਾਂ ਐਜ਼ ਅ ਰਿਜ਼ਲਟ ਬੱਚੇ ਨੂੰ ਦਿਨ ਵਿੱਚ 3 ਵਾਰ 4 ਵਾਰੀ ਇਨਸੂਲਿਨ ਯੂਨਿਟ ਲੈਣਾ ਪੈਂਦਾ ਹੈ। ਔਰ ਇਹ ਬੱਚੇ ਨੂੰ ਵੀ ਤਕਲੀਫ ਹੁੰਦੀ ਹੈ, ਪੇਰੈਂਟਸ ਨੂੰ ਵੀ ਤਕਲੀਫ ਹੁੰਦੀ ਹੈ ਇਸ ਚੀਜ਼ ਨੂੰ ਲੈ ਕੇ। ਤਾਂ ਪਹਿਲਾਂ ਤਾਂ ਪ੍ਰੀਵੈਂਸ਼ਨ ਹੀ ਸਭ ਤੋਂ ਮੇਨ ਚੀਜ਼ ਹੈ। ਉਸ ਤੋਂ ਬਾਅਦ ਜਿਹੜੀ ਹੈ ਕਿ ਰਾਈਟ ਸਟੈਪਸ ਤੁਹਾਨੂੰ ਤੁਹਾਡਾ ਡਾਕਟਰ ਤੁਹਾਨੂੰ ਕੀ ਪਤਾ ਉਹ ਕਹੇਗਾ, ਉਹ ਸਿਰਫ ਇਹਨਾਂ ਨੇ ਕਹਿਣਾ ਹੈ ਕਿ ਮੋਸਟ ਆਫ ਦ ਡਾਕਟਰਸ ਕਹਿਣਗੇ ਕਿ ਇਨਸੂਲਿਨ ਲਗਾਓ, ਬਸ ਇਹੀ ਸੋਲੂਸ਼ਨ ਹੈਗਾ। ਪਰ ਅਗਰ ਉਸੇ ਦਿਨ ਜਿਸ ਦਿਨ ਡਾਇਗਨੋਸਿਸ ਹੋਇਆ ਉਸ ਦਿਨ ਤੋਂ ਹੀ ਤੁਸੀਂ ਆਪਣੀ ਡਾਈਟ ਚੇਂਜ ਕਰ ਲਵੋ, ਜਿਵੇਂ ਕਿ ਹੋਲ ਫੂਡ ਪਲਾਂਟ ਬੇਸਡ ਡਾਈਟ ਖਾਣਾ ਸ਼ੁਰੂ ਕਰ ਦਿਓ, ਦੁੱਧ ਦੀਆਂ ਚੀਜ਼ਾਂ ਖਾਸ ਕਰ ਬੰਦ ਕਰ ਦਿਓ। ਦੁੱਧ, ਘਿਓ, ਮੱਖਣ, ਲੱਸੀ, ਪਨੀਰ, ਦਹੀਂ ਇਹ ਬਿਲਕੁਲ ਬੰਦ ਕਰ ਦਿਓ। ਇਸ ਤੋਂ ਇਲਾਵਾ ਬਾਹਰ ਦੀਆਂ ਚੀਜ਼ਾਂ, ਪ੍ਰੋਸੈਸਡ ਫੂਡ ਬੰਦ ਕਰ ਦਿਓ। ਮੋਸਟਲੀ ਫਰੂਟਸ ਐਂਡ ਸੈਲਡਸ ਖਾਓ, ਡਰਾਈ ਫਰੂਟਸ ਖਾਓ, ਨਟਸ ਖਾਓ, ਸਪਰਾउट्स ਖਾਓ, ਸੀड्स ਖਾਓ, ਇਹ ਚੀਜ਼ਾਂ ਜ਼ਿਆਦਾ ਖਾਓ ਔਰ ਗ੍ਰੇਨਸ ਲਿਮਿਟ ਕਰ ਦਿਓ। देयर कैन बी बेनिफिट। और ਕਈ ਲੋਕਾਂ ਦਾ ਇਹ ਸਵਾਲ ਆਉਂਦਾ ਹੈਗਾ ਕਿ ਅਗਰ ਮੰਨ ਲਓ ਨਿਕਲ ਗਏ 3 ਮਹੀਨੇ ਤੋਂ ਵੱਧ ਸਮਾਂ ਹੋ ਗਿਆ, ਸਾਲ ਹੋ ਗਿਆ, 2 ਸਾਲ ਹੋ ਗਿਆ, ਕਿ ਡਾਇਬਟੀਜ਼ ਟਾਈਪ 1 ਨੂੰ ਫਿਰ ਵੀ ਰਿਵਰਸ ਕੀਤਾ ਜਾ ਸਕਦਾ ਹੈ। ਦੇਖੋ, ਮੈਂ ਤੁਹਾਨੂੰ ਦੱਸਦਾ ਹਾਂ ਕਿ ਆਫਟਰ ਜਿਵੇਂ ਜਿਵੇਂ ਟਾਈਮ ਨਿਕਲ ਜਾਂਦਾ ਹੈ ਡਿਫਿਕਲਟੀ ਟੂ ਰਿਵਰਸ ਵੱਧ ਜਾਂਦੀ ਹੈ, ਮੁਸ਼ਕਿਲ ਹੋ ਜਾਂਦਾ ਰਿਵਰਸ ਕਰਨਾ। ਲੇਕਿਨ ਫਿਰ ਵੀ ਸਾਡੇ ਕੋਲ ਇਸ ਤਰ੍ਹਾਂ ਦੇ ਕਲਾਇੰਟਸ ਨੇ ਜਿਨ੍ਹਾਂ ਨੇ ਟਾਈਪ 1 ਡਾਇਬਟੀਜ਼ ਨੂੰ 3 ਸਾਲ 4 ਸਾਲ ਬਾਅਦ ਵੀ ਰਿਵਰਸ ਕੀਤਾ ਹੈ। ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਸਾਡੀ ਇੱਕ ਪੇਸ਼ੈਂਟ ਹੈ ਜੋ ਇੰਡੀਆ ਵਿੱਚ ਰਹਿੰਦੀ ਹੈ, ਉਹਨਾਂ ਦੀ ਗਾਰਡੀਅਨ ਸਾਡੇ ਇੱਥੇ ਕੈਨੇਡਾ ਮੌਂਟਰੀਅਲ ਵਿੱਚ ਰਹਿੰਦੇ ਨੇ। ਉਹ ਕੁੜੀ 20 ਤੋਂ 25 ਯੂਨਿਟ ਇਨਸੂਲਿਨ ਡੇਲੀ ਲੈਂਦੀ ਸੀ ਪਿਛਲੇ 4 ਸਾਲਾਂ ਤੋਂ। 2019 ਵਿੱਚ ਡਾਇਬਟੀਜ਼ ਟਾਈਪ 1 ਡਿਟੈਕਟ ਹੋਈ ਸੀ ਔਰ ਹੁਣ 6 ਮਹੀਨੇ ਹੋ ਗਏ ਸਾਡੇ ਥਰੂ ਟ੍ਰੀਟਮੈਂਟ ਲੈਂਦੇ ਹੋਏ ਉਹ ਇਨਸੂਲਿਨ ਫ੍ਰੀ ਹੈ, ਬਿਨਾਂ ਇਨਸੂਲਿਨ ਤੋਂ ਹੀ ਆਪਣਾ ਸ਼ੂਗਰ ਮੈਨੇਜ ਕਰ ਰਹੀ ਹੈ। ਔਰ ਪਹਿਲਾਂ 20-25 ਯੂਨਿਟ ਡੇਲੀ ਇਨਸੂਲਿਨ ਲਗਾਉਣ ਤੋਂ ਬਾਵਜੂਦ ਉਹਦਾ ਸ਼ੂਗਰ 300-500 ਤੱਕ ਜਾਂਦਾ ਸੀਗਾ। ਹੁਣ ਬਿਨਾਂ ਇਨਸੂਲਿਨ ਤੋਂ ਫਾਸਟਿੰਗ ਸ਼ੂਗਰ ਹਮੇਸ਼ਾ ਹੀ 100 ਤੋਂ ਥੱਲੇ ਰਹਿੰਦਾ ਹੈ ਔਰ ਰੋਟੀ ਖਾਣ ਤੋਂ ਬਾਅਦ 100 ਤੋਂ ਲੈ ਕੇ 200 ਦੇ ਵਿਚਕਾਰ ਰਹਿੰਦਾ ਹੈਗਾ। तो इस तरह बिना इंसुलिन तो पिछले 6 महीने तो चल रही है। तो होप अजय भी है, उम्मीद है, लेकिन गारंटी नहीं है कि हर केस में इस तरह होएगा। कई केसेस में इस तरह होंगे, कई में नहीं भी होंगे। और ये वाला केस स्टडी भी डॉक्टर BM ਹੈਗੜੇ ਦੀ ਟੀਮ ਤੱਕ ਅਸੀਂ ਪਹੁੰਚਾਈ ਹੈ ਔਰ ਉਹਨਾਂ ਨੇ ਇਸ ਜਰਨਲ ਵਿੱਚ ਇਹ ਛਾਪਣੀ ਹੈ, ਮੈਡੀਕਲ ਜਰਨਲ ਵਿੱਚ ਅਕਤੂਬਰ 2023 ਵਿੱਚ ਇਹ ਛਪੇਗੀ। ਤੇ ਇਟਸ ਵੈਰੀ ਗੁੱਡ ਫॉर ਟਾਈਪ 1 ਡਾਇਬੀਟਿਕ ਪੇਸ਼ੈਂਟਸ। ਔਰ ਅਗਰ ਤੁਸੀਂ ਟਾਈਪ 2 ਡਾਇਬੀਟੀਜ਼ ਦੇ ਪੇਸ਼ੈਂਟ ਹੋ ਔਰ ਤੁਹਾਨੂੰ ਸਵਾਲ ਹੈ ਕਿ ਮੇਰੀ ਵੀ ਡਾਇਬੀਟੀਜ਼ ਠੀਕ ਹੋ ਸਕਦੀ ਹੈ ਕਿ ਨਹੀਂ, ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਟਾਈਪ 1 ਡਾਇਬੀਟੀਜ਼ ਜਿਹੜੀ ਹੁੰਦੀ ਹੈ ਉਹ ਜ਼ਿਆਦਾ ਕੰਪਲੈਕਸ ਹੁੰਦੀ ਹੈ, ਟਾਈਪ 2 ਘੱਟ ਕੰਪਲੈਕਸ ਹੁੰਦੀ ਹੈ। ਤਾਂ ਅਗਰ ਟਾਈਪ 1 ਡਾਇਬੀਟੀਜ਼ ਰਿਵਰਸ ਹੋ ਸਕਦੀ ਹੈ ਤੇ ਟਾਈਪ 2 ਤਾਂ ਬਿਲਕੁਲ ਜ਼ਰੂਰ ਹੋ ਸਕਦੀ ਹੈ। ਕਈ ਪੇਸ਼ੈਂਟ ਸਾਡੇ ਇੱਕ ਮਹੀਨੇ ਵਿੱਚ ਡਾਇਬੀਟੀਜ਼ ਜੜ ਤੋਂ ਮੁਕਾ ਲੈਂਦੇ ਨੇ, ਦਵਾਈਆਂ ਤੋਂ ਪਿੱਛਾ ਛੁਡਾ ਲੈਂਦੇ ਨੇ। ਪਰ ਡਿਪੈਂਡਿੰਗ ਔਨ ਕੇਸ ਟੂ ਕੇਸ ਵੱਧ ਟਾਈਮ ਵੀ ਲੱਗ ਸਕਦਾ ਹੈਗਾ। ਸੋ ਵੀ ਹੈਵ ਲੋਟਸ ਆਫ ਕੇਸਿਸ, ਸਾਡੀ ਵੀਡੀਓਜ਼ YouTube ਤੇ ਨੇ, ਤੁਸੀਂ ਦੇਖ ਸਕਦੇ ਹੋ। ਜਿਹੜੇ ਪੇਸ਼ੈਂਟਸ ਠੀਕ ਹੋਏ ਨੇ ਉਹਨਾਂ ਦੀ ਵੀਡੀਓਜ਼ ਦੇਖ ਸਕਦੇ ਹੋ। तो अगर डायबिटीज़ बारे ज़्यादा जानकारी लैनी है तो मैं किताब लिखी है पॉश वे टू रिवर्स टाइप 2 एंड टाइप 1 डायबिटीज़, ये भी पढ़ सकते हो। और अगर तुसी मन बना लिया है कि डाइट चेंज करनी है, अपना खाना पीना लाइफस्टाइल चेंज करनी ही है, होल फूड प्लांट बेस्ड डाइट ते जाना है, तो सानू संपर्क करके भी ट्रीटमेंट अपनी शुरू करवा सकते हो। सानू WhatsApp के थ्रू संपर्क करो। साडा WhatsApp इंडिया का नंबर है 9718422691 और कैनेडा का है 4167951002। कॉल नहीं करना, सिर्फ मैसेज करना है, वो भी WhatsApp के उत्ते। साडी टीम तुहानू समझा देगी किवें तुसी अपॉइंटमेंट लैनी है, किवें ट्रीटमेंट स्टार्ट होंदी है। क्योंकि ਉਹਦਾ ਰੀਜ਼ਨ ਇਹ ਹੈ ਕਿ ਹਰ ਕੋਈ ਮੈਨੂੰ ਫੋਨ ਕਰਦਾ ਹੈਗਾ ਕਿ ਆਪਾਂ ਡਾਕਟਰ ਸਾਹਿਬ ਨਾਲ ਗੱਲ ਕਰਨੀ ਹੈ। ਇਸ ਤਰ੍ਹਾਂ ਹੋ ਨਹੀਂ ਪਾਉਂਦਾ ਕਿਉਂਕਿ ਸਾਨੂੰ ਡੇਲੀ ਹੀ ਸੈਂਕੜੇ ਇਨਕੁਆਇਰੀਜ਼ ਆਉਂਦੀਆਂ ਨੇ। ਇਸ ਕਰਕੇ ਅਪਾਇੰਟਮੈਂਟ ਦਾ ਵੇਟਿੰਗ ਪੀਰੀਅਡ ਵੀ ਹਫਤਾ 2 ਹਫਤਾ ਦਾ ਹੁੰਦਾ ਹੀ ਹੈ। ਤਾਂ ਜਦ ਤੁਸੀਂ ਮੈਸੇਜ ਕਰੋਗੇ ਆਪਣੀ ਡਿਟੇਲਸ, ਉਸ ਤੋਂ ਬਾਅਦ 2 ਹਫਤੇ ਬਾਅਦ ਤੁਹਾਨੂੰ ਅਪਾਇੰਟਮੈਂਟ ਮਿਲ ਸਕਦੀ ਹੈ। ਆਪਾਂ ਗੱਲ ਕਰ ਸਕਦੇ ਹਾਂ, ਤੁਹਾਡੀ ਟ੍ਰੀਟਮੈਂਟ ਬਾਰੇ ਵੀ ਆਪਾਂ ਸੋਚ ਸਕਦੇ ਹਾਂ ਕਿਵੇਂ ਕਰਨੀ ਹੈ ਤੇ ਕਿਵੇਂ, ਕਿਉਂਕਿ ਤੁਹਾਡਾ ਕੇਸ ਐਨਾਲਾਈਜ਼ ਕਰਕੇ ਤੁਹਾਡੀ ਟ੍ਰੀਟਮੈਂਟ ਹੋਏਗੀ ਨਾ। ਇਸ ਤਰ੍ਹਾਂ ਆਪਾਂ ਕੋਈ ਇੱਕ ਚੀਜ਼ ਦੱਸ ਦਈਏ ਵੀ ਤੂੰ ਮੇਥੀ ਦਾਣੇ ਦਾ ਪਾਣੀ ਪੀ ਲੈ, ਕਰੇਲੇ ਦਾ ਜੂਸ ਪੀ ਲੈ, ਇਸ ਤਰ੍ਹਾਂ ਨਹੀਂ ਹੁੰਦਾ ਹੈਗਾ। ਤਾਂ ਤੁਹਾਡਾ ਕੇਸ ਸਮਝਾਂਗੇ ਔਰ ਪ੍ਰੋਪਰਲੀ ਦੇਖ ਕੇ ਤੁਹਾਨੂੰ ਦੱਸਾਂਗੇ ਕੀ ਚੀਜ਼ਾਂ ਨਹੀਂ ਖਾਣੀਆਂ ਨੇ, ਕੀ ਖਾਣੀਆਂ ਨੇ, ਕਿੰਨੀ ਕੁਆਂਟੀਟੀ ਵਿੱਚ ਖਾਣੀ ਹੈ, ਕਿੰਨੀ ਮਾਤਰਾ ਵਿੱਚ, ਸਾਰਾ ਕੁਝ ਫਿਰ ਦੇਖਿਆ ਜਾਂਦਾ ਹੈਗਾ। ਠੀਕ ਹੈ। ਸੋ ਆਈ ਹੋਪ ਟੂ ਮੇਕ ਦਿਸ ਵਰਲਡ ਡਾਇਬੀਟਿਕ ਫ੍ਰੀ, ਮੈਂ ਆਪਣਾ ਕੰਟਰੀਬਿਊਸ਼ਨ ਦੇ ਪਾਵਾਂ। ਥੈਂਕ ਯੂ ਸੋ ਮਚ।